ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਗੁਣ ਗੋਬਿੰਦ ਨ ਜਾਣੀਐ, ਨਾਨਕ ਸਭ ਬਿਸਮਾਦ। ਪੌੜੀ। ਏਕਾਦਸ਼ੀ ਨਿਕਟ ਪੇਖੋ ਹਰਿ ਰਾਮ, ਇੰਦਰੀ ਬਸ ਕਰ ਸੁਣੋ ਹਰਿ ਨਾਮ। ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਭਇਆ। ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸ਼ੁੱਧ ਜਪਤ ਹਰਿ ਨਾਏ। ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ, ਥਿੱਤੀ ਗੌੜੀ ਮਹੱਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 299। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ 10ਵੀਂ ਬਾਰੇ ਗੱਲ ਕੀਤੀ ਸੀ, 10ਵੀਂ ਥਿੱਤ ਦੇ ਬਾਰੇ ਗੱਲ ਕੀਤੀ ਸੀ। ਅੱਜ ਇਸੇ ਲੜੀ ਦੇ ਤਹਿਤ ਸ਼ਲੋਕ ਦੀ ਵਿਚਾਰ ਅਤੇ ਪੌੜੀ ਦੀ ਵਿਚਾਰ ਨਾਲ ਇਕਾਦਸ਼ੀ ਬਾਰੇ ਆਪਾਂ ਗੱਲ ਕਰਾਂਗੇ। 11ਵੀਂ ਥਿੱਤ ਬਾਰੇ ਆਪਾਂ ਗੱਲ ਕਰਾਂਗੇ। ਸ਼ਲੋਕ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਕਹਿ ਰਹੇ ਨੇ ਜੀ, ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਗੁਣ ਗੋਬਿੰਦ ਨ ਜਾਣੀਐ, ਨਾਨਕ ਸਭ ਬਿਸਮਾਦ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਹੇ ਭਾਈ, ਸਿਰਫ ਇੱਕ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਿਫਤ ਸਲਾਹ ਵਿੱਚ ਹੀ ਆਤਮਿਕ ਆਨੰਦ ਹੈ, ਪਰ ਇਹ ਆਤਮਿਕ ਆਨੰਦ ਕੋਈ ਬਿਰਲਾ ਮਨੁੱਖ ਜਾਣਦਾ ਜਿਹਨੂੰ ਸਵਾਦ ਕਿਹਾ ਜੀ।
ਸਵਾਦ ਕਿਹਨੂੰ ਆਉਂਦਾ ਹੈ, ਆਨੰਦ ਕਿਹਨੂੰ ਆਉਂਦਾ ਹੈ। ਇੱਥੇ ਸਤਿਗੁਰ ਮਹਾਰਾਜ ਕਹਿੰਦੇ ਇੱਕ ਰੱਬ ਨਾਲ ਜੁੜੋ, ਇੱਕ ਪ੍ਰਮਾਤਮਾ ਨਾਲ ਜੁੜੋ, ਇੱਕ ਪ੍ਰਮਾਤਮਾ ਦੀ ਸੱਚੀ ਸਿਫਤ ਕਰਿਆ ਕਰੋ। ਝੂਠੀਆਂ ਵਡਿਆਈਆਂ, ਫੋਕੀਆਂ ਵਡਿਆਈਆਂ ਤਿਆਗੋ, ਦੁਨੀਆ ਨੂੰ ਸਲਾਹੁਣਾ ਛੱਡ ਦਿਓ। ਸਤਿਗੁਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਦੁਨੀਆ ਨਾ ਸਲਾਹ ਜੋ ਮਰ ਬੰਝ ਸੀ। ਲੋਕਾਂ ਦੀ ਝੂਠੀ ਸਿਫਤ ਕਰਨੀ ਛੱਡ ਦਿਓ। ਸਤਿਗੁਰ ਮਹਾਰਾਜ ਕਹਿੰਦੇ ਏਕੋ ਏਕ ਬਖਾਨੀ ਹੈ। ਆ ਜਿੰਨਾ ਪਸਾਰਾ ਅਸੀਂ ਵੇਖ ਰਹੇ ਹਾਂ ਨਾ, ਇਹ ਸਾਰੇ ਪਸਾਰੇ ਦੇ ਵਿੱਚ ਇੱਕ ਮਾਲਕ ਦੀ ਸੱਤਾ ਵਰਤ ਰਹੀ ਹੈ। ਇੱਕ ਵਾਹਿਗੁਰੂ ਟਿਕਿਆ ਹੋਇਆ ਹੈ, ਇੱਕ ਵਾਹਿਗੁਰੂ ਦਿਸਦਾ ਹੈ। ਅੱਗੇ ਮਹਾਰਾਜ ਕਹਿੰਦੇ ਪਰ ਬਿਰਲਾ ਜਾਣੈ ਸਵਾਦ। ਕੋਈ ਬਿਰਲਾ ਮਨੁੱਖ ਸਮਝ ਸਕਦਾ ਹੈ, ਬਿਰਲਾ ਕਰੋੜਾਂ ਦੇ ਵਿੱਚੋਂ ਕੋਈ ਇੱਕ ਮਨੁੱਖ ਸਮਝ ਸਕਦਾ ਹੈ ਕਿ ਦੁਨੀਆ ਦੇ ਅੰਦਰ, ਸੰਸਾਰ ਅੰਦਰ ਐਡਾ ਵੱਡਾ ਪਸਾਰਾ ਇੱਕ ਵਾਹਿਗੁਰੂ ਦਾ। ਬਿਰਲੇ ਨੂੰ ਸਮਝ ਆਉਂਦੀ ਹੈ ਜੀ, ਕਿਉਂਕਿ ਆਪਾਂ ਵੇਖਦੇ ਹਾਂ ਸੰਸਾਰ ਅੰਦਰ ਰੱਬ ਦੇ ਨਾਂ 'ਤੇ ਕਿੰਨਾ ਆਡੰਬਰ, ਕਿੰਨਾ ਪਖੰਡ ਸ਼ੁਰੂ ਹੋ ਗਿਆ। ਕੋਈ ਪੱਥਰਾਂ ਦੀ ਪੂਜਾ, ਕੋਈ ਸਰੀਰਾਂ ਦੀ ਪੂਜਾ, ਕੋਈ ਮੂਰਤੀਆਂ ਦੀ ਪੂਜਾ। ਮੈਂ ਪਿਛਲੇ ਦਿਨ ਵੀ ਇੱਕ ਗੱਲ ਆਖੀ ਸੀ ਵੀ ਅਸੀਂ, ਸਾਡੀ ਜਿਹੜੀ ਫਿਦਰਤ ਹੋ ਗਈ ਹੈ, ਸਾਡੀ ਹਾਲਤ ਇਸ ਤਰ੍ਹਾਂ ਦੀ ਬਣ ਗਈ ਹੈ, ਅਸੀਂ ਜਿਹੜੀਆਂ ਜਿਉਂਦੀਆਂ ਜਾਗਦੀਆਂ ਮੂਰਤਾਂ ਨੇ ਉਹਨਾਂ ਦੀ ਕਦਰ ਨਹੀਂ ਕਰਦੇ। ਅਸੀਂ ਜਿਹੜਾ ਉਹਨਾਂ ਦੀ ਕਦਰ ਕਰਦਾ ਨਾ, ਉਹਨੂੰ ਮਹਾਰਾਜ ਕਹਿੰਦੇ ਬਿਰਲਾ ਹੋ ਸਕਦਾ ਉਹ ਨਹੀਂ। ਅਸੀਂ ਆਮ ਇੱਥੇ ਵੇਖਦੇ ਹਾਂ ਕਿੰਨੇ ਪੱਥਰਾਂ ਉੱਤੇ ਦੁੱਧ ਚੜਾਇਆ ਜਾਂਦਾ, ਕਿੰਨੇ ਪੱਥਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹਨਾਂ ਕਰਮਾਂ ਤੋਂ ਬਾਣੀ ਰੋਕਦੀ ਹੈ, ਨਾ ਕਰਦੀ ਹੈ ਇਹਨਾਂ ਬਾਰੇ। ਪਾਤਸ਼ਾਹ ਜੀ ਕਹਿ ਰਹੇ ਨੇ ਪਾਥਰਲੇ ਪੂਜਾ ਮੁਕਤ ਕੁਵਾਰ। ਹੁਣ ਜਦੋਂ ਆਪਾਂ ਇੱਥੇ ਪ੍ਰਮਾਤਮਾ ਦੇ ਪ੍ਰਥਾਏ ਪੜ੍ਹ ਰਹੇ ਹਾਂ, ਮਹਾਰਾਜ ਤਾਂ ਕਹਿੰਦੇ ਉਹ ਇੱਕ ਹੀ ਹੈ, ਸਾਰੇ ਕਿਤੇ ਇੱਕ ਦਾ ਵਸ ਹੈ। ਇਹ ਤਾਂ ਆਪਾਂ ਸਾਰੇ ਦਾਅਵਾ ਕਰਦੇ ਹਾਂ, ਬੋਲਦੇ ਹਾਂ ਵੀ ਇੱਕ ਦਾ ਵਸ ਆ, ਸਾਰੇ ਕਿਤੇ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕੋਈ ਪਾਤਸ਼ਾਹ ਜੀ ਕਹਿੰਦੇ ਕੋਈ ਇਹ ਬਿਰਲਾ ਸਮਝਦਾ ਹੈ। ਬਿਰਲਾ ਜਾਣੈ ਸਵਾਦ। ਆਤਮਿਕ ਆਨੰਦ, ਸਵਾਦ ਦਾ ਅਰਥ ਆ ਜੀ ਆਤਮਿਕ ਆਨੰਦ, ਰਸ। ਹੁਣ ਰਸ ਬਾਰੇ, ਸਵਾਦ ਬਾਰੇ ਕਿਹਨੂੰ ਪਤਾ ਹੋਵੇਗਾ? ਜਿਹੜਾ ਇਸ ਮਾਲਕ ਦੇ ਰਾਹ ਉੱਤੇ ਤੁਰਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿ ਕਹੀਏ। ਹੁਣ ਕਿੰਨਾ ਕੁ ਆਨੰਦ, ਕਿੰਨਾ ਕੁ ਰਸ ਆ ਰਿਹਾ, ਉਹ ਜਾਣ ਰਿਹਾ ਨਾ, ਉਹ ਆਪ ਹੀ ਜਾਣਦਾ ਹੈ। ਰਸ ਆਉਣ ਦਾ ਅਰਥ ਹੈ, ਆਨੰਦ ਆਉਣ ਦਾ ਅਰਥ ਹੈ ਜ਼ਿੰਦਗੀ ਦਾ ਜਿਹੜਾ ਪੈਂਡਾ ਹੈ ਉਹ ਸੌਖਾ ਹੋ ਗਿਆ। ਜ਼ਿੰਦਗੀ ਹੈ ਜਿਹੜੀ ਵਧੀਆ ਬਣ ਗਈ, ਨਿਖਰ ਗਈ ਹੈ, ਸਬਰ ਗਈ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਵਿਸਮਾਦ। ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ, ਹੇ ਭਾਈ, ਜੇ ਤੂੰ ਉਸ ਰੱਬ ਦੇ, ਮਾਲਕ ਦੇ ਗੁਣਾਂ ਨੂੰ ਨਹੀਂ ਗਾਇਨ ਕੀਤਾ, ਜਿਨ੍ਹਾਂ ਤੋਂ ਆਤਮਿਕ ਆਨੰਦ ਮਿਲਦਾ, ਟਿਕਾ ਮਿਲਦਾ। ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਗੁਣ ਬਿਆਨ ਕਰਨ ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾਂਦਾ, ਕਿਉਂਕਿ ਹੇ ਨਾਨਕ ਉਹ ਸਾਰਾ ਅਚਰਜ ਰੂਪ ਹੈ। ਇੱਥੇ ਆਪਾਂ ਵਿਚਾਰ ਕਰ ਰਹੇ ਸੀ ਜੀ, ਮਹਾਰਾਜ ਕਹਿੰਦੇ ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਵਿਸਮਾਦ। ਅੱਖਰੀ ਅਰਥਾਂ ਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਜੀ, ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਿਕ ਆਨੰਦ ਤਾਂ ਮਿਲਦਾ ਹੈ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ, ਗੁਣ ਕਹਿ ਗੁਣੀ ਸਮਾਵਣਿਆ, ਰੱਬ ਦੀ ਵਡਿਆਈ ਕਰਨ ਦੇ ਨਾਲ ਆਤਮਾ ਤਾਂ ਖੁਸ਼ ਹੁੰਦੀ ਹੈ, ਆਤਮਾ ਨੂੰ ਸਕੂਨ ਮਿਲਦਾ ਹੈ, ਸਬਰ ਮਿਲਦਾ ਹੈ। ਪਰ ਗੁਣਾਂ ਦੇ ਬਿਆਨ ਕਰਨ ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ। ਰੱਬ ਦੇ ਗੁਣ ਆਪਾਂ ਬਿਆਨ ਕਰ ਨਹੀਂ ਸਕਦੇ ਜੀ, ਗੁਣ ਗਾ ਸਕਦੇ ਹਾਂ, ਕਿਉਂਕਿ ਜਿਹਬਾ ਏਕ ਕਮਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ। ਜੀਵ ਤਾਂ ਇੱਕ ਹੈ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂਗਾ। ਇੱਥੇ ਇਹੀ ਗੱਲ ਕਹਿ ਰਹੇ ਨੇ, ਇਹ ਸਾਰਾ ਉਸ ਰੱਬ ਦਾ, ਵਾਹਿਗੁਰੂ ਦਾ ਰਚਿਆ ਹੋਇਆ ਅਚਰਜ ਰੂਪ ਹੈ, ਵਿਸਮਾਦ ਰੂਪ ਹੈ। ਅੱਗੇ ਪੌੜੀ ਦੇ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ ਜੀ, 11ਵੀਂ ਥਿੱਤ ਤੇ ਆਪਾਂ ਪਹੁੰਚ ਗਏ ਹਾਂ। 11ਵੀਂ ਥਿੱਤ ਏਕਾਦਸ਼ੀ। ਏਕਾਦਸ਼ੀ 1 ਤੇ 10 11 ਜੀ। ਏਕਾਦਸ਼ੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ। ਏਕਾਦਸ਼ੀ ਇਹ ਥਿੱਤ ਦਾ ਨਾਮ ਹੈ।
ਇਸ ਥਿੱਤ ਵਾਲੇ ਦਿਨ ਲੋਕੀ ਵਰਤ ਰੱਖਦੇ ਨੇ। ਇਤਿਹਾਸ ਅੰਦਰ ਇੱਕ ਸਾਖੀ ਹੁੰਦੀ ਹੈ, ਜੇ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਸਾਖੀ ਪੜ੍ਹੀ ਸੀ ਇਤਿਹਾਸ ਅੰਦਰ, ਸ਼੍ਰੀਲੰਕਾ ਦਾ ਜਿਹੜਾ ਰਾਜਾ ਸੀ ਨਾ ਸ਼ਿਵਨਾਬ, ਉਹ ਵੀ ਇਕਾਦਸ਼ੀ ਦੇ ਵਰਤ ਰੱਖਦਾ ਸੀ। ਇਸ ਸਥਿਤ ਵਾਲੇ ਦਿਨ ਬੜੇ ਕਰਮ ਕਾਂਡ ਕਰਨੇ, ਬੜੇ ਪਖੰਡ ਕਰਨੇ, ਵਰਤ ਰੱਖਣੇ। ਉਸੇ ਜਗ੍ਹਾ ਤੇ ਆਪਾਂ ਇਤਿਹਾਸ ਪੜ੍ਹ ਰਹੇ ਸੀ। ਭਾਈ ਮਨਸੁਖ ਲਾਹੌਰ ਦਾ ਰਹਿਣ ਵਾਲਾ ਗਿਆ ਹੋਇਆ ਸੀ। ਰਾਜੇ ਨੇ ਹੁਕਮ ਕੀਤਾ, ਸ਼ਿਵਨਾਬ ਨੇ ਹੁਕਮ ਕੀਤਾ ਵੀ ਅੱਜ ਇਕਾਦਸ਼ੀ ਦੇ ਵਰਤ ਸਾਰਿਆਂ ਨੇ ਰੱਖਣੇ ਨੇ। ਸਾਰਿਆਂ ਨੇ ਵਰਤ ਰੱਖ ਲਏ, ਪਰ ਇੱਕ ਪ੍ਰਾਣੀ ਨੇ, ਇੱਕ ਮਨੁੱਖ ਨੇ ਵਰਤ ਨਹੀਂ ਰੱਖਿਆ। ਉਹਦਾ ਨਾਂ ਸੀ ਭਾਈ ਮਨਸੁਖ। ਰਾਜੇ ਕੋਲ, ਮੈਂ ਸੰਖੇਪ ਅੰਦਰ ਗੱਲ ਕਰਦਾ, ਮੈਂ ਰਾਜੇ ਕੋਲ ਸ਼ਿਕਾਇਤ ਕੀਤੀ ਗਈ, ਰਾਜਨ, ਹੇ ਰਾਜਾ ਸਾਹਿਬ, ਇਸ ਵਿਅਕਤੀ ਨੇ ਵਰਤ ਨਹੀਂ ਰੱਖਿਆ, ਤੁਹਾਡਾ ਕਹਿਣਾ ਨਹੀਂ ਮੰਨਿਆ। ਕੋਲ ਬੁਲਾਇਆ ਗਿਆ, ਦਰਬਾਰ ਅੰਦਰ ਬੁਲਾਇਆ ਗਿਆ, ਭਰੀ ਸਭਾ ਦੇ ਅੰਦਰ, ਭਾਈ ਸਾਰੇ ਪ੍ਰਾਣੀਆਂ ਨੇ, ਸਾਰੀ ਪ੍ਰਜਾ ਨੇ ਮੇਰਾ ਹੁਕਮ ਮੰਨਿਆ, ਤੂੰ ਇਕੱਲੇ ਨੇ ਹੁਕਮ ਨਹੀਂ ਮੰਨਿਆ, ਤੂੰ ਵਰਤ ਕਿਉਂ ਨਹੀਂ ਰੱਖਿਆ? ਇਹ ਵੀ ਸ਼ਿਕਾਇਤ ਕੀਤੀ ਸੀ ਨਾ। ਇਹਦੇ ਕੋਲ ਇੱਕ ਪੋਥੀ ਹੈ, ਇਹ ਪੋਥੀ ਦੇ ਰਾਹੀਂ ਪਤਾ ਨਹੀਂ ਕੀ ਪੜ੍ਹਦਾ ਹੈ ਪੋਥੀ ਦੇ ਵਿੱਚੋਂ। ਉਸ ਵਕਤ ਉਸ ਮਨਸੁਖ ਨੇ ਰਾਜੇ ਨੂੰ ਜਦੋਂ ਵਚਨ ਸੁਣਾਏ ਨਾ ਬਾਬੇ ਨਾਨਕ ਦੀ ਬਾਣੀ ਵਾਲੇ, ਉਹ ਪਾਵਨ ਪਵਿੱਤਰ ਵਚਨ ਸੁਣਾ ਦਿੱਤੇ, ਰਾਜੇ ਨੂੰ ਸੰਤੁਸ਼ਟੀ ਮਿਲ ਗਈ, ਸਬਰ ਆ ਗਿਆ, ਸਕੂਨ ਆ ਗਿਆ। ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਬਾਬੇ ਨਾਨਕ ਦੀ ਵਿਚਾਰ ਦੀ ਗੱਲ, ਬਾਬੇ ਨਾਨਕ ਦੇ ਬਾਣੀ ਦੀ ਗੱਲ ਆ ਨਾ ਜਿਹੜੀ, ਉਹ ਉੱਥੇ ਸ਼੍ਰੀਲੰਕਾ ਦੇ ਵਿੱਚ ਜਾ ਕੇ ਕਰ ਆਇਆ। ਰਾਜਾ ਵੀ ਇਕਾਦਸ਼ੀ ਦੇ ਵਰਤਾਂ ਤੋਂ ਉਹਦਾ ਖਹਿੜਾ ਛੁੱਟ ਗਿਆ। ਆਪਣੀ ਪ੍ਰਜਾ ਨੂੰ ਵੀ ਕਹਿੰਦਾ, ਹੁਣ ਅੱਖਾਂ ਖੁੱਲ ਗਈਆਂ, ਹੁਣ ਸਮਝ ਆ ਗਈ, ਇੰਨਾ ਚਿਰ ਕਰਮਕਾਂਡ ਹੀ ਕਰਦੇ ਰਹੇ ਆਪਾਂ। ਹੁਣ ਜਿਹੜੀ ਆਪਾਂ ਇੱਥੇ ਇਕਾਦਸ਼ੀ ਦੀ ਗੱਲ ਕਰ ਰਹੇ ਸੀ ਨਾ, ਇਸ ਦਿਨ ਕਈ ਲੋਕ ਵਰਤ ਰੱਖਦੇ ਨੇ। ਕੋਈ ਕਾਸੇ ਦਾ ਵਰਤ ਰੱਖਦਾ, ਕੋਈ ਕਾਸੇ ਦਾ ਵਰਤ ਰੱਖਦਾ, 11ਵੀਂ ਤਿੱਥ ਵਾਲੇ ਦਿਨ। ਇਹ ਹਿੰਦੂ ਰਵਾਇਤਾਂ ਅਨੁਸਾਰ ਸਭ ਕੁਝ ਚੱਲਦਾ ਹੈ। ਹਿੰਦੂ ਜਿਹੜੀਆਂ ਇਸਤਰੀਆਂ ਨੇ, ਮਰਦ ਵਰਤ ਰੱਖ, ਹਿੰਦੂ ਮਰਦ ਇਸਤਰੀਆਂ, ਉਹ ਸਾਰਾ ਵਰਤ ਰੱਖਦੇ ਨੇ ਅਤੇ ਸਾਰਾ ਦਿਨ ਅੰਨ ਨਹੀਂ ਖਾਂਦੇ। ਹੁਣ ਧਿਆਨ ਕਰਿਓ ਜੀ, ਗੁਰੂ ਪਾਤਸ਼ਾਹ ਦੀ ਬਾਣੀ ਪਤਾ ਕੀ ਕਹਿੰਦੀ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਅੰਨ ਛੱਡਣ ਦੇ ਨਾਲ ਨਾ ਤਾਂ ਰੱਬ ਖੁਸ਼ ਹੁੰਦਾ, ਨਾ ਪਤੀ ਦੀ ਉਮਰ ਵੱਧਦੀ ਹੈ। ਠੀਕ ਆ, ਬੰਦਾ ਵੈਸੇ ਖਾਣਾ ਨਹੀਂ ਖਾਂਦਾ 2-4 ਦਿਨ 'ਚ, ਉਹ ਵੱਖਰੀ ਗੱਲ ਆ ਗਈ ਇੱਕ। ਜੇ ਕੋ ਆਖੇ ਅੰਨ ਛੱਡ ਕੇ, ਪਦਾਰਥਾਂ ਨੂੰ, ਭੋਜਨ ਨੂੰ ਛੱਡ ਕੇ, ਮੈਂ ਪਤੀ ਦੀ ਉਮਰ ਵਧਾ ਲਵਾਂਗੀ, ਮੈਂ ਰੱਬ ਨੂੰ ਖੁਸ਼ ਕਰ ਲਵਾਂਗਾ, ਇਹ ਸਭ ਅਡੰਬਰ ਆ, ਪਖੰਡ ਹੈ ਜੀ। ਇੱਥੇ ਤਾਂ ਵਰਤ ਨਾ, ਚਲੋ ਆਮ ਆਪਾਂ ਲੋਕਾਂ ਨੂੰ ਕਹਿ ਦਾਂਗੇ ਵੀ ਚਲੋ ਇਹਨਾਂ ਨੂੰ ਪਤਾ ਨਹੀਂ ਹੋਣਾ, ਸਮਝ ਨਹੀਂ ਹੋਣੀ। ਸਕੂਲ ਵਿੱਚ ਪੜ੍ਹਾਉਣ ਵਾਲੀਆਂ ਮੈਡਮਾਂ ਵੀ ਸਾਰਾ ਕੁਝ ਕਰਦੀਆਂ ਨੇ, ਸਾਇੰਸ ਟੀਚਰ ਵੀ ਸਾਰਾ ਕੁਝ ਕਰ ਰਿਹਾ ਹੈ। ਸਾਇੰਸ ਟੀਚਰ ਵੀ ਸਾਰਾ ਕੁਝ ਕਰਦਾ, ਜਿਹੜਾ ਸਾਇੰਸ ਪੜ੍ਹਾਉਣ ਵਾਲਾ ਟੀਚਰ ਹੈ ਨਾ, ਉਹ ਵੀ ਵਰਤ ਰੱਖਦਾ। ਵਰਤ ਦਾ ਇੱਥੇ ਆਪਾਂ ਜਿਹੜੀ ਇਕਾਦਸ਼ੀ ਬਾਰੇ ਪੜ੍ਹ ਰਹੇ ਸੀ ਵੀ ਇਹਦੇ ਨਾਲ ਮੇਰੇ ਪਤੀ ਦੀ ਉਮਰ ਵੱਧ ਜਾਣੀ ਹੈ ਵਰਤ ਰੱਖਣ ਨਾਲ। ਹੁਣ ਇਹ ਕਿੱਡਾ ਵੱਡਾ ਅਡੰਬਰ, ਕਿੱਡਾ ਵੱਡਾ ਪਖੰਡ ਸਾਡੇ ਭਾਰਤ ਵਿੱਚ ਚੱਲ ਰਿਹਾ। ਪਤਾ ਨਹੀਂ, ਨਾਲੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਜਦਾ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਕਦੋਂ ਮੰਨਾਂਗੇ, ਕਦੋਂ ਜਾਣਾਂਗੇ ਗੁਰਬਾਣੀ ਨੂੰ? ਜਿਹੜੀ ਆਪਾਂ ਇੱਥੇ ਵਿਚਾਰ ਕਰ ਰਹੇ ਸੀ ਨਾ ਇਕਾਦਸ਼ੀ ਬਾਰੇ, ਮੈਂ ਪਹਿਲਾਂ ਗੱਲ ਕੀਤੀ ਸੀ, ਮਹਾਰਾਜ ਨੇ ਥਿੱਤਾਂ ਲੜੀਵਾਰ ਵਰਤੀਆਂ ਨੇ ਬਾਣੀ ਦੇ ਅੰਦਰ। ਥਿੱਤਾਂ ਦੇ ਪ੍ਰਥਾਏ ਜੋ ਕਰਮਕਾਂਡ ਕੀਤੇ ਜਾਂਦੇ ਨੇ, ਜੋ ਮਨਮੱਤਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਮਨਮੱਤਾਂ ਤੋਂ ਗੁਰੂ ਸਾਹਿਬ ਜੀ ਰੋਕ ਰਹੇ ਨੇ। ਭਾਈ, ਇਕਾਦਸ਼ੀ ਵਾਲੇ ਦਿਨ ਭੁੱਖਾ ਰਹਿ ਕੇ ਤੈਨੂੰ ਰੱਬ ਨਹੀਂ ਮਿਲਣਾ। ਇਕਾਦਸ਼ੀ ਦੇ ਵਾਲੇ ਦਿਨ ਵਰਤ ਰੱਖ ਕੇ ਪਤੀ ਦੀ ਉਮਰ ਨਹੀਂ ਵਧਣੀ। ਅੰਨ ਨੂੰ ਛੱਡਣ ਵਾਲਾ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਾ, ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਅੰਨ ਨੂੰ ਛੱਡ ਕੇ, ਛੋੜੈ ਅੰਨ, ਅੰਨ ਛੱਡਣਾ ਇੱਕ ਪਖੰਡ ਕਰਨਾ ਹੁੰਦਾ ਹੈ। ਅੰਨ, ਭੋਜਨ ਸਰੀਰ ਦੇ ਲਈ ਬਣਿਆ, ਖਾਣਾ ਪੈਂਦਾ। ਜੇ ਕੋਈ ਆਖੇ ਮੈਂ ਭੋਜਨ ਛੱਡ ਕੇ ਰੱਬ ਨੂੰ ਪਾ ਲਵਾਂਗਾ, ਰੱਬ ਨੂੰ ਖੁਸ਼ ਕਰ ਲਵਾਂਗਾ, ਇਹ ਮੂਰਖਤਾ, ਅਗਿਆਨਤਾ ਹੈ। ਸੋ ਖੈਰ, ਜਿਹੜੀ ਮੈਂ ਗੱਲ ਕਰਦਾ ਸੀ, ਇਕਾਦਸ਼ੀ ਨਿਕਟ ਵੇਖੋ ਹਰ ਰਾਮ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਹੇ ਭਾਈ, ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ
ਬਸਦਾ ਵੇਖੋ। ਇਕਾਦਸ਼ੀ ਸਭ ਤੋਂ ਵੱਡਾ ਵਰਤ ਇਹ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਨੂੰ ਨੇੜੇ ਜਾਣੋ, ਰੱਬ ਨੂੰ ਨੇੜੇ ਸਮਝੋ। ਰੱਬ ਦੂਰ ਨਹੀਂ ਬੈਠਾ, ਰੱਬ ਨੇੜੇ ਹੈ। ਅੱਗੇ ਜਿਹੜੀ ਗੱਲ ਕੀਤੀ, ਇਕਾਦਸ਼ੀ ਨਿਕਟ ਵੇਖੋ ਹਰਿ ਰਾਮ, ਇੰਦਰੀ ਬਸ ਕਰ ਸੁਣੋ ਹਰਿ ਨਾਮ। ਇੰਦਰੀਆਂ ਨੂੰ ਬਸ ਵਿੱਚ ਕਰਕੇ ਵਾਹਿਗੁਰੂ ਦੇ ਨਾਮ ਨੂੰ ਸੁਣ। ਪਾਤਸ਼ਾਹ ਜੀ ਕਹਿ ਰਹੇ ਨੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ। ਅੱਗੇ ਸਤਿਗੁਰੂ ਜੀ ਸਮਝਾ ਰਹੇ ਨੇ ਜੀ ਅਗਲੀ ਪੰਕਤੀ ਅੰਦਰ ਕਿਹੜਾ ਵਰਤ ਰੱਖਣਾ ਹੈ। ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਭਇਆ। ਵਰਤ ਰੱਖਣਾ ਵੀ ਹੈ, ਪਰ ਕਿਹੜਾ ਰੱਖਣਾ ਬਾਣੀ ਤੋਂ ਸਮਝੋ। ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਸੰਤੋਖ ਧਾਰਨਾ। ਇਕਾਦਸ਼ੀ ਦਾ ਵਰਤ ਪਤਾ ਕਿਹੜਾ ਹੁੰਦਾ ਹੈ? ਪਾਤਸ਼ਾਹ ਜੀ ਕਹਿੰਦੇ ਇਕਾਦਸ਼ੀ ਦਾ ਵਰਤ ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਧਾਰਦਾ ਹੈ, ਸਭ ਜੀਆਂ ਨਾਲ ਦਇਆ ਪਿਆਰ ਕਰਨ ਵਾਲਾ ਸਲੂਕ ਕਰਦਾ ਹੈ, ਇਹ ਤਰੀਕੇ ਨਾਲ ਜੀਵਨ ਗੁਜ਼ਰਦਿਆਂ ਉਸ ਦਾ ਵਰਤ ਕਾਮਯਾਬ ਹੋ ਜਾਂਦਾ ਹੈ। ਗੁਰੂ ਬਾਣੀ ਕਹਿੰਦੀ ਵਰਤ ਰੱਖ, ਪਰ ਕਿਹੜਾ ਰੱਖਣਾ ਇਹ ਵੀ ਪਤਾ ਹੋਣਾ ਚਾਹੀਦਾ ਨਾ। ਵਰਤ ਕਿਹੜਾ ਰੱਖਣਾ ਹੈ? ਮਨ ਅੰਦਰ ਸੰਤੋਖ ਨੂੰ ਧਾਰਨ ਕਰ ਲੈਣਾ ਸਭ ਤੋਂ ਵੱਡਾ ਵਰਤ ਹੈ ਜੀ। ਜਿਸ ਬੰਦੇ ਦੇ ਮਨ ਅੰਦਰ ਸੰਤੋਖ ਆ ਗਿਆ, ਉਹਦੇ ਵਰਗਾ ਕੋਈ ਵਰਤ ਰੱਖੇ ਨਹੀਂ ਸਕਦਾ। ਸੰਤੋਖ ਨੂੰ ਮਨ ਅੰਦਰ ਲੈ ਕੇ ਆਉਣਾ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਮਨ ਸੰਤੋਖ ਸਰਬ ਜੀ ਦਇਆ, ਸਾਰੇ ਜੀਆਂ ਉਤੇ ਦਇਆ ਕਰਨੀ, ਸਾਰੇ ਜੀਆਂ ਨਾਲ ਪਿਆਰ ਕਰਨਾ, ਪਿਆਰ ਦਾ ਵਿਹਾਰ ਕਰਨਾ। ਇਨ ਵਿਦ ਵਰਤ ਸੰਪੂਰਨ ਭਇਆ। ਜੇ ਤੈਨੂੰ ਇਹ ਤਰੀਕਾ ਆ ਜਾਵੇ, ਜੇ ਤੈਨੂੰ ਤਰੀਕਾ ਸਮਝ ਆ ਜਾਵੇ ਨਾ, ਇਹ ਤਰੀਕੇ ਨਾਲ ਵਰਤ ਸੰਪੂਰਨ ਹੋ ਜਾਂਦਾ ਹੈ। ਆਹ ਵਰਤ ਰੱਖ। ਅੰਨ ਨੂੰ ਤਿਆਗ ਦੇਣਾ, ਪਤੀ ਦੀ ਲੰਮੀ ਉਮਰ ਬਾਰੇ ਇਸ ਤਰ੍ਹਾਂ ਦੇ ਪਖੰਡ ਕਰਨੇ ਪਖੰਡ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਹੈ। ਜ਼ਿੰਦਗੀ ਨੂੰ ਸਵਾਰ ਸਭ ਤੋਂ ਵੱਡਾ ਵਰਤ ਹੈ। ਜ਼ਿੰਦਗੀ ਨੂੰ ਵਿਕਾਰਾਂ ਵੱਲੋਂ ਨਿਰਲੇਪ ਕਰ ਲੈ। ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਰੱਖ, ਵਿਕਾਰਾਂ ਵਿੱਚ ਨਾ ਲੈ ਕੇ ਜਾ। ਵਿਕਾਰ ਨਾ ਇਹਨੂੰ ਚਿੰਬੜ ਜਾਣ, ਇਹਨਾਂ ਇੰਦਰੀਆਂ ਨੂੰ, ਇਹ ਸਰੀਰ ਨੂੰ। ਫਿਰ ਸਰੀਰ ਦਾ ਵਰਤ ਰੱਖਿਆ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ ਮਨ ਤਨ ਸ਼ੁੱਧ ਜਪਤ ਹਰਿ ਨਾਏ, ਸਭ ਪੂਰ ਰਹੇ ਪਾਰ ਬ੍ਰਹਮ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਮਨ ਤਨ ਸ਼ੁੱਧ ਜਪਤ ਹਰਿ ਨਾਏ। ਪਾਤਸ਼ਾਹ ਜੀ ਇੱਥੇ ਇਸ ਪੌੜੀ ਦੇ ਅੰਦਰ, ਪੰਕਤੀ ਦੇ ਅੰਦਰ ਸਮਝਾ ਰਹੇ ਨੇ ਇਸ ਤਰੀਕੇ ਨਾਲ ਅਸਲ ਵਰਤ ਰੱਖੇਗਾ ਨਾ, ਇਸ ਤਰ੍ਹਾਂ ਵਰਤ ਨਾਲ ਉਹ ਵਿਕਾਰਾਂ ਤੋਂ, ਜਿਹੜੇ ਵਿਕਾਰਾਂ ਵੱਲ ਦੌੜਦਾ ਸੀ, ਰੁਕ ਗਿਆ, ਮਨ ਠਹਿਰ ਗਿਆ। ਮਨ ਤਨ ਸ਼ੁੱਧ ਜਪਤ ਹਰਿ ਨਾਏ, ਮਨ ਵੀ ਤਨ ਵੀ ਸ਼ੁੱਧ ਹੋ ਗਿਆ ਨਾਮ ਜਪ ਕੇ। ਸਭ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸ਼ੁੱਧ ਜਪਤ ਹਰਿ ਨਾਏ। ਧਾਵਤ ਦਾ ਅਰਥ ਦੌੜਦਾ ਹੋਇਆ, ਭੱਜਦਾ ਹੋਇਆ। ਮਨ ਇੱਕ ਥਾਂ ਤੇ ਟਿਕ ਗਿਆ, ਥਿਰ ਹੋ ਗਿਆ, ਖੜ ਗਿਆ। ਮਨ ਤਨ ਸ਼ੁੱਧ, ਮਨ ਵੀ ਸ਼ੁੱਧ ਹੋ ਗਿਆ, ਤਨ ਵੀ ਸ਼ੁੱਧ ਹੋ ਗਿਆ। ਜਪਤ ਹਰਿ ਨਾਏ, ਰੱਬ ਦਾ ਨਾਮ ਜਪ ਕੇ ਮਨ ਤਨ ਸ਼ੁੱਧ ਹੋ ਗਿਆ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਰੱਬ ਵਾਹਿਗੁਰੂ ਸਭ ਦੇ ਅੰਦਰ ਪੂਰਨ ਹੈ। ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਸਭ ਦੇ ਵਿੱਚ ਉਹ ਮਾਲਕ ਵਾਹਿਗੁਰੂ ਵਸ ਰਿਹਾ ਹੈ। ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਸਤਿਗੁਰੂ ਜੀ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਨਾਮ ਜਪਣ ਵਾਲੇ ਦਾ ਮਨ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਹੇ ਨਾਨਕ, ਜਿਹੜਾ ਪ੍ਰਭੂ ਸਾਰੇ ਜਗਤ ਵਿੱਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹੋ। ਇਹ ਐਸਾ ਧਰਮ ਹੈ, ਇਸ ਦਾ ਫਲ ਜ਼ਰੂਰ ਮਿਲਦਾ ਹੈ। ਜੇ ਆਪਣੇ ਮਨ ਦੇ ਰਾਹੀਂ, ਤਨ ਦੇ ਰਾਹੀਂ ਰੱਬ ਨੂੰ ਚੇਤੇ ਕਰੇਗਾ, ਯਾਦ ਕਰੇਗਾ, ਸਭ ਤੋਂ ਵੱਡਾ ਫਰਜ਼ ਵੀ ਹੈ ਤੇਰਾ, ਸਭ ਤੋਂ ਵੱਡਾ ਧਰਮ ਵੀ ਹੈ ਤੇਰਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੈਨੂੰ ਫਲ ਜ਼ਰੂਰ ਮਿਲੇਗਾ। ਮਿਹਨਤ ਦਾ ਫਲ ਮਿਲਦਾ ਹੀ ਹੈ ਜੀ। ਕਿਸੇ ਵੀ ਪੱਖ ਤੋਂ ਗੱਲ ਕਰ ਲਓ, ਦੁਨਿਆਵੀ ਫੀਲਡ 'ਚ ਗੱਲ ਕਰ ਲਓ, ਭਾਵੇਂ ਧਾਰਮਿਕ ਫੀਲਡ ਦੀ ਗੱਲ ਕਰ ਲਓ,
ਮਿਹਨਤ ਦਾ ਫਲ ਜ਼ਰੂਰ ਮਿਲਦਾ। ਇਹੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ। ਸੋ ਗੁਰੂ ਪਿਆਰਿਓ, ਜਿਹੜੀ ਆਪਾਂ ਅੱਜ ਵਿਚਾਰ ਕੀਤੀ ਹੈ, ਅੱਜ ਦੀ ਵਿਚਾਰ ਦੇ ਰਾਹੀਂ ਆਪਾਂ ਨੇ ਬਾਣੀ ਦੇ ਵਿੱਚੋਂ ਇਕਾਦਸ਼ੀ ਦੇ ਵਰਤ ਬਾਰੇ ਸਮਝਿਆ। ਆਪਾਂ ਲੜੀਵਾਰ ਥਿੱਤਾਂ ਦੀ ਵਾਰ ਕਰਦੇ ਹਾਂ। ਕਈ ਵਾਰ ਅਕਸਰ ਇਹ ਗੱਲ ਚੱਲਦੀ ਹੈ ਨਾ ਵੀ ਥਿੱਤਾਂ ਕੀ ਹੁੰਦੀਆਂ ਨੇ। ਪਿਛਲੇ ਦੀਵਾਨਾਂ ਵਿੱਚ ਆਪਾਂ ਗੱਲ ਕੀਤੀ ਸੀ ਵੀ ਚੰਦਰਮਾ ਦਾ ਵਧਣਾ ਤੇ ਘਟਣਾ ਨਾ ਧਰਮ ਦੇ ਨਾਲ ਨਾ ਚੰਗੇ ਮੰਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਸਮੇਂ ਦੀ ਵੰਡ ਕੀਤੀ ਹੋਈ ਹੈ। ਇਸ ਦੇ ਤਹਿਤ ਆਪਾਂ ਨੂੰ ਗੱਲ ਸਮਝਾਈ ਜਾ ਰਹੀ ਹੈ ਵੀ ਇਕਾਦਸ਼ੀ ਅੰਦਰ ਕੀ ਕਰਨਾ ਹੈ। ਸਾਡੇ ਤਾਂ ਆਪਾਂ ਵੇਖਦੇ ਹਾਂ ਨਾ, ਸਾਡੇ ਸੰਸਾਰ ਅੰਦਰ ਤਾਂ ਪਤਾ ਨਹੀਂ ਕਿੰਨੇ ਕਿੰਨੇ ਪਖੰਡ ਵੀ ਫਲਾਣੀ ਥਿੱਤ ਆ ਗਈ, ਹੁਣ ਆਪਾਂ ਆਹ ਕਰਾਂਗੇ, ਪੈਂਚਕਾਂ ਚੜ੍ਹ ਗਈਆਂ, ਫਲਾਣਾ ਕੋ ਚੜ੍ਹ ਗਿਆ। ਪਰ ਗੁਰਬਾਣੀ ਆ ਨਾ ਜਿਹੜੀ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੀ। ਗੁਰਬਾਣੀ ਨੇ ਸਭ ਹਰ ਇੱਕ ਚੀਜ਼ ਨੂੰ ਬਰਾਬਰ ਕਿਹਾ। ਨਾ ਕੋ ਦਿਨ ਮਾੜਾ ਨਾ ਕੋ ਥਿੱਤ ਮਾੜੀ ਹੁੰਦੀ ਹੈ। ਮਾੜੇ ਤਾਂ ਬੰਦੇ ਦੇ ਵਿਚਾਰ ਹੁੰਦੇ ਨੇ। ਮਾੜਾ ਤਾਂ ਬੰਦੇ ਦਾ ਮਨ ਬਣਦਾ ਨਾ ਜਦੋਂ ਮਾੜੇ ਪਾਸੇ ਤੁਰਦਾ ਹੈ। ਸੋ ਕਹਿਣ ਦਾ ਭਾਵ ਇਹੀ ਹੈ ਵੀ ਜਿਹੜੇ ਕਰਮ ਕਾਂਡ ਸਾਡੇ ਸੰਸਾਰ ਅੰਦਰ ਪ੍ਰਚਲਿਤ ਹੋ ਗਏ ਨੇ, ਉਹਨਾਂ ਕਰਮ ਕਾਂਡਾਂ ਤੋਂ ਬਚ ਕੇ ਗੁਰਬਾਣੀ ਦਾ ਪੱਲਾ ਫੜ ਕੇ ਸਹੀ ਜਿਹੜੀ ਦਿਸ਼ਾ ਉਹਦੇ ਉਸ ਦਿਸ਼ਾ ਤੇ ਤੁਰੀਏ। ਗੁਰਬਾਣੀ ਨੇ ਸਪਸ਼ਟ ਕਿਹਾ ਜੀ, ਥਿੱਤੀ ਵਾਰ ਸੇਵੈ ਮੁਕਤ ਗਵਾਰ। ਸਤਿਗੁਰੂ ਮਹਾਰਾਜ ਕਹਿੰਦੇ ਥਿੱਤਾਂ ਵਾਰਾਂ ਦੇ ਭਰਮ ਵਿੱਚ ਜਿਹੜੇ ਲੋਕ ਪਏ ਹੋਏ ਨੇ ਨਾ, ਉਹ ਮੁਕਤ ਤੇ ਗਵਾਰ ਲੋਕ ਨੇ। ਗੁਰੂ ਅਰਜਨ ਸਾਹਿਬ ਦਾ ਫੈਸਲਾ ਜੀ ਇਹ, ਥਿੱਤੀ ਵਾਰ ਸੇਵੈ ਮੁਕਤ ਗਵਾਰ। ਇਸ ਕਰਕੇ ਮਹਾਰਾਜ ਨੇ, ਕਿਉਂਕਿ ਪਹਿਲਾਂ ਵੀ ਇਹ ਚੀਜ਼ਾਂ ਪ੍ਰਚਲਿਤ ਸੀਆਂ, ਲੋਕ ਇਹਨਾਂ ਕਰਮਾਂ ਵਿੱਚ ਪਏ ਹੋਏ ਸੀ। ਗੁਰੂ ਮਹਾਰਾਜ ਨੇ 12 ਮਹੀਨਿਆਂ ਦੇ ਪ੍ਰਥਾਏ ਬਾਣੀ ਲਿਖਦੀ। ਥਿੱਤਾਂ ਨੇ ਜਿਹੜੀਆਂ ਥਿੱਤਾਂ ਦੇ ਪ੍ਰਥਾਏ ਬਾਣੀ ਲਿਖੀ ਤਾਂ ਕਿ ਲੋਕ ਇਸ ਭਰਮ ਜਾਲ ਦੇ ਵਿੱਚੋਂ ਨਿਕਲ ਜਾਣ, ਇਸ ਕਰਮਕਾਂਡੀ ਜਾਲ ਵਿੱਚੋਂ ਨਿਕਲ ਕੇ ਸੱਚ ਦੀ ਸ਼ਨਾਖਤ ਕਰ ਲੈਣ, ਸੱਚ ਦੀ ਪਛਾਣ ਕਰ ਲੈਣ। ਆਪਾਂ ਪਿਛਲੇ ਦੀਵਾਨਾਂ ਵਿੱਚ ਲੜੀਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਵਿਚਾਰਦੇ ਆ ਰਹੇ ਸੀ। ਇੱਥੇ ਤੱਕ ਆਪਾਂ ਬਾਣੀ ਦੀ ਵਿਚਾਰ ਸਮਾਪਤ ਕਰਦੇ ਹਾਂ ਜੀ। ਪਿਛਲੇ ਦੀਵਾਨਾਂ ਵਿੱਚ ਆਪਾਂ ਇੱਕ ਲੜੀ ਦੇ ਤਹਿਤ ਸਤਿਗੁਰੂ ਕਲਗੀਆਂ ਵਾਲੇ ਮਹਾਰਾਜ ਦੇ ਜੀਵਨ ਬਾਰੇ ਆਪਾਂ ਜਾਣਿਆ।